ਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜੀਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਅਪਰਾਧ ਹਮਾਰੇ ਖੰਡੋ ਅਨੰਤ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਡੋਲੇ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹੋ ਕਰੀ ਵਖਿਆਣ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹੋ ਕਰੀ ਵਖਿਆਣ ਸਤਿਨਾਮ ਵਾਹਿਗੁਰੂ ਸਾਹਿਬ ਜੀ ਮਹਿਲਾ ਤੀਜਾ ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਸਾਹਿਬ ਸਦਾ ਹਜੂਰ ਹੈ ਭਰਨਾ ਕੇ ਛੋੜ ਕਟ ਕੈ ਅੰਤਰ ਜੋਤ ਤਰੇ
ਚਿਤ ਰਖੋ, ਸੰਜਮ ਸਚਾ ਨੇਹ। ਨਾਨਕ ਐਖੈ ਸੁਖੈ ਅੰਦਰ ਰਖਸੀ, ਅੱਗੇ ਹਰਿ ਸਿਉ ਕੀਲ ਕਰੇ। ਨਾਨਕ ਐਖੈ ਸੁਖੈ ਅੰਦਰ ਰਖਸੀ, ਅੱਗੇ ਹਰਿ ਸਿਉ ਕੀਲ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਗਰੀਬ ਨਵਾਜ, ਦਸਾਂ ਹੀ ਪਾਤਸ਼ਾਹੀਆਂ ਕੀ ਆਤਮਿਕ ਜੋਤ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਦੁਕਾਲਨ ਪਰਨਾਸੀ ਦਿਆਲਨ ਸੁਰਪੇ, ਸਦਾ ਅੰਗ ਸੰਗੇ ਆਪ ਭੰਗੁੰਗ ਦੇ ਬੂਟੇ, ਪੀਰਾਨ ਪੀਰ ਸ਼ਬਦ ਗੁਰੂ ਗੁਰਗੱਦੀ ਤੇ ਸੁਭਾਏ ਮਾਨ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਲਿਖੀ ਗੋਦ ਅੰਦਰ ਜੁੜਮਲ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਬਹੁਤ ਵਡਭਾਗੇ ਹੋ। ਸਤਿਗੁਰੂ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ। ਰਾਤਰੀ ਦੇ ਸਮੇਂ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਸਤਿਗੁਰੂ ਜੀ ਨੇ ਪ੍ਰਦਾਨ ਕੀਤਾ ਹੈ। ਗੁਰੂ ਕੇ ਬਚਨਾਂ ਦਾ ਕੀਰਤਨ ਆਪ ਜੀ ਨੇ ਭਾਈ ਰਜਿੰਦਰ ਸਿੰਘ ਦਿੱਲੀ ਵਾਲੇ ਉਹਨਾਂ ਪਾਸੋਂ ਸਰਵ ਕੀਤਾ ਹੈ। ਆਓ ਸਮਾਂ ਹੋਇਆ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦਾ, ਜੋ ਆਪ ਜੀ ਨੇ ਮੂਲ ਰੂਪ ਦੇ ਅੰਦਰ ਪਾਠ ਸਰਵ ਕੀਤਾ ਹੈ। ਬਿਹਾਗੜੇ ਦੀ ਵਾਰ ਅੰਦਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਚਾਰਨ ਕੀਤੇ ਹੋਏ ਪਾਵਨ ਬਚਨ ਆਪ ਜੀ ਨੇ ਸਰਵ ਕੀਤੇ ਹਨ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਕਿਰਪਾ ਕਰਨ ਬਖਸ਼ਿਸ਼ ਕਰਨ ਵਿੱਚ ਵਰਤ ਕੇ ਆਪਣੇ ਇਹਨਾਂ ਪਾਵਨ ਬਚਨਾਂ ਦੇ ਵਿਚਾਰ ਆਪ ਕਰਵਾ ਲੈਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ, ਮਨੋ ਦਿਲ ਇਕਾਗਰ ਕਰੋ, ਸੁਖ ਨੂੰ ਸਤਿਗੁਰਾਂ ਦੇ ਪਾਵਨ ਸ਼ਬਦ ਦੇ ਜੋੜੋ। ਰਸਨ ਕਰੋ ਪਵਿੱਤਰ ਦੇਵ ਅਸੀਸ ਆਪ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਿਲਾ ਤੀਜਾ। ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕਲਯੁਗ ਜੀਵਾਂ ਨੂੰ ਇਹ ਉਪਦੇਸ਼ ਦਿੰਦੇ ਹਨ, ਸਤਿਗੁਰੂ ਫਰਮਾਇਆ ਕਾਰੀ ਇਹ ਕਰੇ। ਸਤਿਗੁਰੂ ਨੇ ਇਹ ਹੁਕਮ ਕੀਤਾ ਹੈ, ਸਤਿਗੁਰੂ ਨੇ ਆਪਣੇ ਮੁਖ ਤੋਂ ਇਹ ਫਰਮਾਨ ਕੀਤਾ ਹੈ। ਕਾਰੀ ਤੋਂ ਭਾਵ ਹੈ ਕੰਮ ਇਹ ਕਰੇ। ਇਹ ਜਿਹੜਾ ਕੰਮ ਹੈ ਇਹ ਮਨੁੱਖ ਨੂੰ ਕਰਨਾ ਚਾਹੀਦਾ ਹੈ। ਇੱਕ ਕਾਰੀ ਜਿਹੜਾ ਸ਼ਬਦ ਦਾ ਅਰਥ ਹੈ ਗੁਰਬਾਣੀ ਦੇ ਅੰਦਰ ਉਹ ਲਕੀਰਾਂ ਵੀ ਆਇਆ ਹੈ। ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਹਨ, ਜਦੋਂ ਸਤਿਗੁਰੂ ਹਰਿਦੁਆਰ ਵਿੱਚ ਇੱਕ ਪੰਡਤ ਨੂੰ ਇਹ ਗੱਲ ਸਮਝਾਉਂਦੇ ਹਨ, ਜਿਹੜਾ ਉਦਾਸੀ ਹੈ, ਜਿਹੜਾ ਆਪਣੇ ਚੌਕੇ ਦੇ ਉੱਤੇ ਕਿਸੇ ਦਾ ਪਰਛਾਵਾਂ ਨਹੀਂ ਪੈਣ ਦਿੰਦਾ। ਸਤਿਗੁਰੂ ਨੇ ਉਹਨੂੰ ਵੀ ਸੰਬੋਧਨ ਕਰਦੇ ਬਚਨ ਕੀਤੇ ਹਨ ਕਿ ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ। ਉੱਥੇ ਕਾਰੀ ਤੋਂ ਭਾਵ ਹੈ ਲਕੀਰ ਕੱਢਣੀ, ਇੱਥੇ ਕਾਰੀ ਤੋਂ ਭਾਵ ਹੈ ਕੰਮ। ਸਤਿਗੁਰੂ ਕਹਿੰਦੇ ਹਨ ਕਿ ਮਨੁੱਖ ਨੂੰ ਇਹ ਜਿਹੜਾ ਕੰਮ ਹੈ ਇਹ ਕਰਨਾ ਚਾਹੀਦਾ ਹੈ। ਕਿਹੜਾ ਕੰਮ? ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ, ਕਿ ਗੁਰੂ ਦੇ ਦਰ ਉੱਤੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ, ਸਾਹਿਬ ਤੋਂ ਭਾਵ ਹੈ ਮਾਲਕ ਪ੍ਰਮਾਤਮਾ, ਸੰਭਾਲੇ ਤੋਂ ਭਾਵ ਉਹਨੂੰ ਯਾਦ ਕਰਨਾ, ਕਿ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਵਿੱਚ ਬੈਠ ਕੇ ਉਸ ਮਾਲਕ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਕਿਉਂਕਿ ਜਿੰਨਾ ਚਿਰ ਅਸੀਂ ਗੁਰੂ ਦੇ ਦਰ ਉੱਤੇ ਨਹੀਂ ਆਉਂਦੇ, ਗੁਰੂ ਦੇ ਚਰਨਾਂ ਵਿੱਚ ਨਹੀਂ ਆਉਂਦੇ, ਗੁਰੂ ਦੀ ਬਾਣੀ ਨਹੀਂ ਸੁਣਦੇ, ਉਹਨਾਂ ਚਿਰ ਸਾਨੂੰ ਜੀਵਨ ਦੀ ਕੋਈ ਸੁੱਝ ਹੀ ਨਹੀਂ ਮਿਲ ਸਕਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਵਨ ਬਚਨ ਕੀਤੇ ਹਨ ਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ।
ਜਦੋਂ ਅਸੀਂ ਗੁਰੂ ਦੇ ਦਰ ਤੇ ਆਵਾਂਗੇ, ਗੁਰੂ ਦੇ ਚਰਨਾਂ ਵਿੱਚ ਆਵਾਂਗੇ, ਗੁਰੂ ਦੇ ਘਰ ਆ ਕੇ ਮੱਥਾ ਟੇਕਾਂਗੇ, ਗੁਰੂ ਦੀ ਬਾਣੀ ਪੜ੍ਹਾ ਸੁਣਾਂਗੇ, ਤੇ ਸਤਿਗੁਰੂ ਕਹਿੰਦਾ ਫਿਰ ਗੁਰੂ ਦੀ ਬਾਣੀ ਵਿੱਚੋਂ ਸਾਨੂੰ ਸਮਝ ਪਵੇਗੀ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਫਿਰ ਸਾਨੂੰ ਜੀਵਨ ਦੀ ਕੋਈ ਸੋਝੀ ਮਿਲੇਗੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤੇ ਹਨ। ਸਤਿਗੁਰੂ ਕਹਿੰਦੇ ਹਨ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਰਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਜਿਹੜੇ ਗੁਰੂ ਦੇ ਦਰ ਤੇ ਆਉਂਦੇ ਹਨ, ਗੁਰੂ ਨਾਲ ਪਿਆਰ ਕਰਦੇ ਹਨ, ਜਿਹੜੇ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਉਪਦੇਸ਼ ਦ੍ਰਿੜ ਕਰਦੇ ਹਨ, ਉਹਨਾਂ ਨੂੰ ਜਿਹੜਾ ਦਸਵਾਂ ਦੁਆਰ ਹੈ ਉਹਦਾ ਪਤਾ ਲੱਗ ਜਾਂਦਾ। ਕਿਉਂਕਿ 9 ਦਰਵਾਜ਼ੇ ਜਿਹੜੇ ਹਨ ਉਹ ਮਾਲਕ ਨੇ ਖੁੱਲ੍ਹੇ ਰੱਖੇ ਹਨ, ਤੇ ਇਹੋ ਹੀ ਭੇਦ ਰੱਖਿਆ ਹੈ, ਦਸਵਾਂ ਇਹ ਕਿਸ ਤਰ੍ਹਾਂ ਖੁੱਲ੍ਹੇਗਾ। ਤੇ ਸਤਿਗੁਰ ਕਹਿੰਦੇ ਜਿੰਨਾ ਚਿਰ ਅਸੀਂ ਗੁਰੂ ਦੇ ਦਰ ਉੱਤੇ ਨਹੀਂ ਆਉਂਦੇ, ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਦੇ ਨਹੀਂ, ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗੇਗਾ। ਇਸ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ, ਗੁਰੂ ਦੁਆਰਾ ਹੋਏ ਕੈ, ਗੁਰੂ ਦੇ ਦਰ ਉੱਤੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਾਹਿਬ ਸੰਭਾਲਦੇ ਕਿ ਆਪਣੇ ਮਾਲਕ ਪਰਮਾਤਮਾ ਨੂੰ ਸੰਭਾਲ, ਉਹਨੂੰ ਯਾਦ ਕਰ, ਉਹਨੂੰ ਆਪਣੇ ਹਿਰਦੇ ਅੰਦਰ ਵਸਾ। ਤੇ ਜਦੋਂ ਅਸੀਂ ਗੁਰੂ ਦੇ ਦਰ ਉੱਤੇ ਗੁਰੂ ਦੇ ਬਚਨ ਸਰਵਣ ਕਰਾਂਗੇ, ਗੁਰੂ ਦਾ ਉਪਦੇਸ਼ ਦ੍ਰਿੜ ਕਰਾਂਗੇ, ਫਿਰ ਸਤਿਗੁਰ ਕਹਿੰਦੇ ਇਸ ਗੱਲ ਦਾ ਪਤਾ ਲੱਗੇਗਾ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਸਾਡੇ ਸਦਾ ਹੀ ਅੰਗ ਸੰਗ ਹੋ ਕੇ ਵਰਤਦਾ ਹੈ। ਕਿਉਂਕਿ ਹਰੇਕ ਜੀਵ ਤੋਂ ਕੋਈ ਪਰਮਾਤਮਾ ਦੂਰ ਨਹੀਂ ਹੈ। ਇਹ ਤਾਂ ਸਾਡੇ ਮਨ ਦੇ ਅੰਦਰ ਪੜਦੇ ਹੀ ਪਏ ਹਨ ਕਿ ਪਰਮਾਤਮਾ ਦੂਰ ਹੈ। ਗੁਰਬਾਣੀ ਤੋਂ ਸਤਿਗੁਰ ਕਹਿੰਦੇ ਹਨ, ਨੇੜੇ ਨਾਹੀ ਦੂਰ, ਪਰਮਾਤਮਾ ਨੇੜੇ ਹੈ, ਪਰਮਾਤਮਾ ਕਿਤੇ ਦੂਰ ਨਹੀਂ। ਇਸ ਨੂੰ ਸਤਿਗੁਰ ਕਹਿੰਦੇ ਹਨ, ਜਦੋਂ ਗੁਰੂ ਦੇ ਚਰਨਾਂ ਵਿੱਚ ਆਵਾਂਗੇ, ਗੁਰੂ ਉਪਦੇਸ਼ ਦੇਵੇਗਾ, ਫਿਰ ਪਤਾ ਲੱਗ ਜਾਵੇਗਾ ਸਾਹਿਬ ਸਦਾ ਹਜ਼ੂਰ ਹੈ। ਹਜ਼ੂਰ ਤੋਂ ਭਾਵ ਹਾਜ਼ਰ ਨਾਜ਼ਰ ਹੋਣਾ। ਜਹ ਜਹ ਪੇਖੂ ਤੈ ਹਜ਼ੂਰ, ਦੂਰ ਕਤੂ ਨਾ ਜਾਈ, ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਐ ਮੇਰੇ ਮਨ, ਤੂੰ ਸਦਾ ਉਸ ਪਰਮਾਤਮਾ ਨੂੰ ਧਿਆ, ਪਰਮਾਤਮਾ ਨੂੰ ਯਾਦ ਕਰ, ਜਿਹੜਾ ਪਰਮਾਤਮਾ ਤੇਰੇ ਅੰਗ ਸੰਗ ਹੋ ਕੇ ਵਰਤਦਾ ਹੈ। ਕਲਗੀਧਰ ਪਿਤਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਜਾਪ ਸਾਹਿਬ ਦੇ ਅੰਦਰ, ਦੋ ਕਾਲਨ ਪਰਨਾਸੀ ਦਿਆਲਨ ਸਰੂਪੇ, ਸਦਾ ਅੰਗ ਸੰਗੇ ਆਪੰਗ ਬੇਬੂਤੇ। ਇਹ ਪਰਮਾਤਮਾ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ। ਇਸ ਗੱਲ ਦੀ ਜੀਵ ਨੂੰ ਸੋਝੀ ਨਹੀਂ, ਕਿਉਂਕਿ ਮਨ ਦੇ ਉੱਤੇ ਇੱਕ ਬਹੁਤ ਵੱਡਾ ਪਰਦਾ ਪਿਆ ਹੋਇਆ ਹੈ। ਤੇ ਸਤਿਗੁਰ ਕਹਿੰਦੇ ਜਿੰਨਾ ਚਿਰ ਇਹ ਪਰਦਾ ਜਿਹੜਾ ਹੈ, ਇਹ ਜਾਲਾ ਜਿਹੜਾ ਹੈ, ਭਰਮ ਦੂਰ ਨਹੀਂ ਹੋ ਜਾਂਦਾ, ਉਹਨਾਂ ਚਿਰ ਸਾਨੂੰ ਪਰਮਾਤਮਾ ਨਜ਼ਰ ਨਹੀਂ ਆਵੇਗਾ। ਸਾਹਿਬ ਸਦਾ ਹਜ਼ੂਰ ਹੈ, ਭਰਮੇ ਕੇ ਸ਼ੌਰ ਕੱਟ ਕੈ ਅੰਤਰ ਜੋਤ ਧਰੇ। ਭਰਮੇ ਤੋਂ ਭਾਵ ਹੈ ਭਰਮ, ਸ਼ੌਰ ਤੋਂ ਭਾਵ ਹੈ ਜਾਲਾ। ਜਿਹੜਾ ਸਾਡੇ ਮਨ ਦੇ ਅੰਦਰ ਭਰਮ ਦਾ ਜਾਲਾ ਪਿਆ ਹੋਇਆ ਹੈ, ਜਿਵੇਂ ਅੱਖਾਂ ਦੇ ਅੰਦਰ ਜਾਲਾ ਆ ਜਾਵੇ, ਬੰਦੇ ਨੂੰ ਸਾਫ਼ ਦਿਖਾਈ ਨਾ ਦੇਵੇ, ਕੋਈ ਝੋਲਾ ਜਿਹਾ ਪਵੇ, ਸਾਫ਼ ਚਿਹਰਾ ਨਜ਼ਰ ਨਾ ਆਵੇ, ਤੇ ਅਸੀਂ ਡਾਕਟਰ ਕੋਲ ਜਾਂਦੇ ਹਾਂ ਕਿ ਸਾਡੇ ਅੱਖਾਂ ਦੇ ਅੱਗੇ ਝੋਲਾ ਜਿਹਾ ਹੈ, ਸਾਫ਼ ਨਜ਼ਰ ਨਹੀਂ ਆਉਂਦਾ। ਡਾਕਟਰ ਦੇਖਦਾ ਹੈ, ਫਿਰ ਚੈੱਕਅਪ ਕਰਦਾ ਹੈ, ਤੇ ਕਹਿੰਦਾ ਹੈ ਤੇਰੀ ਅੱਖਾਂ ਦੇ ਉੱਤੇ ਜਿਹੜਾ ਹੈ ਉਹ ਚਿੱਟਾ ਮੋਤੀ ਆਵੇਗਾ। ਚਿੱਟਾ ਮੋਤੀ ਵੀ ਇੱਕ ਪਰਤ ਹੈ ਜਿਹਦੇ ਨਾਲ ਸਾਫ਼ ਨਜ਼ਰ ਨਹੀਂ ਆਉਂਦਾ। ਜਦੋਂ ਉਹ ਪਰਤ ਹਟਾ ਦਿੱਤੀ ਜਾਂਦੀ ਹੈ ਪ੍ਰਸ਼ਨ ਕਰਕੇ, ਫਿਰ ਮਨੁੱਖ ਨੂੰ ਸਾਫ਼ ਨਜ਼ਰ ਆਉਂਦਾ ਹੈ। ਸਤਿਗੁਰ ਕਹਿੰਦੇ ਹਨ ਜਿੰਨਾ ਚਿਰ ਇਹ ਸਾਡੇ ਅੰਦਰੋਂ ਮਨ ਵਿੱਚੋਂ ਇਹ ਭਰਮ ਦਾ ਜਾਲਾ ਦੂਰ ਨਹੀਂ ਹੋ ਜਾਂਦਾ, ਕਿਉਂਕਿ ਹਨੇਰੇ ਅੰਦਰ ਕੁਝ ਵੀ ਪਤਾ ਲੱਗਦਾ। ਜਿਸ ਮਨੁੱਖ ਦੇ ਅੰਦਰੋਂ ਇਹ ਭਰਮ ਦਾ ਜਾਲਾ ਦੂਰ ਹੋ ਗਿਆ, ਉਹਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਜੋ ਕੁਝ ਹੋ ਰਿਹਾ ਹੈ ਇਹ ਪਰਮਾਤਮਾ ਦੇ ਹੁਕਮ ਦੇ ਅੰਦਰ ਹੋ ਰਿਹਾ ਹੈ। ਕਿਉਂਕਿ ਜਿਹੜਾ ਜੀਵ ਆਪ ਸੁਖੀ ਹੈ, ਆਤਮਿਕ ਸੁੱਖ ਮੰਨਦਾ ਹੈ, ਉਹਦੇ ਵਾਸਤੇ ਸਾਰਾ ਸੰਸਾਰ ਹੀ ਆਤਮਿਕ ਸੁੱਖਾਂ ਦੇ ਅੰਦਰ ਹੈ। ਤੇ ਜਿਹੜਾ ਬੰਦਾ ਆਪ ਵਿਸ਼ੇ ਵਿਕਾਰਾਂ ਦੇ ਅੰਦਰ ਹੋਵੇ, ਉਹਦੇ ਵਾਸਤੇ ਸਾਰਾ ਸੰਸਾਰ ਹੀ ਵਿਸ਼ੇ ਵਿਕਾਰਾਂ ਦੇ ਅੰਦਰ ਹੈ। ਜਿਹੜਾ ਬੰਦਾ ਆਪ ਕਾਮੀ ਹੈ, ਉਹਦੇ ਵਾਸਤੇ ਦੂਜਾ ਬੰਦਾ ਵੀ ਕਾਮਨਾ ਦੇ ਅੰਦਰ ਫਸਿਆ ਹੈ, ਕਾਮੀ ਹੈ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ, ਕਰਨ ਕਰਾਵਨ ਹਾਰ ਸੁਆਮੀ,
आपन हाथ संजोगी मन मेरे, जिन अपना भरम गवाता, भरमे के शौड़ कट कर मन मेरे, जिन अपना भरम गवाता, जिन्हों ने अपने मन विचों ये भरम ये भुलेखा दूर कर लिया, इसके भाने कोई ना भूला, जिन सगलो ब्रह्म पछाता। जिन्होंने उस परमात्मा की पहचान कर ली, उन्होंने ख्याल के अंदर कोई भी जीव भुलिया नहीं है। इसके भाने कोई ना भूला, जिन सगलो ब्रह्म पछाता, जिन्होंने ने परमात्मा की पहचान कर ली। जिन्होंने पता लग गया कि परमात्मा सातों दूर नहीं है, वो तो साढ़े हृदय अंदर वसदा है। इस वक्त धन गुरु अर्जन देव जी महाराज कहते हैं कि संत जन परमात्मा के प्यार वाले उस निरंकार नूं सिमरते हैं, जिहड़ा परमात्मा अंग संग होके मनुख की रखिया करता है। भजन पढ़ते हैं, आद पूर्ण मद पूर्ण अंत पूर्ण परमेश्वर है, सिमरंत संत सर्वत रमन, नानक अविनाशन जगदीश है। जिहड़ा परमात्मा सारे डर सारे पाप नाश करता है तो मनुख के अंग संग होके वरतदा है। लेकिन जिन्ना चिर अखां दे अंदर पड़दा पिया है उन्ना चिर सानूं पता नहीं लगेगा। लेकिन जो ते गुरु की कृपा हो जाती है, जो ते गुरु रहमता करके बचना का बाण जिहड़ी हिरदे अंदर मारता है, ਉਹਦੇ अंदरों ये भरम का जाला दूर हो जाता है। इतिहास अंदर जिक्र आता है कि जो कलगीधर पिता जी उत्ते अनंदपुर साहिब की धरती में औरंगजेब बड़े हमले करवाए तो सतगुरु ने हार नहीं मनी, ना सतगुरु जी किसी के हथ आए। कहते एक दिन औरंगजेब जिहड़ा है अपने दरबार के अंदर बैठा है, बड़ी तकरीर ने तकरीर की अपने सूरमियां नूं। ते जदों सूरमा ने ये तकरीर सुनी, उन्होंने मन अंदर जिहड़ा है वो ख्याल आया कलगीधर पिता जी नूं फड़न दा। कहते उस दरबार के अंदर एक सैद खान पठान बैठा सी, ਉਹਦੇ मन के अंदर भी गल आई, ਉਹਦੇ डोले फरकन लगे। जो की तकरीर सुनी औरंगजेब की तो अपने म्यान विचों तलवार कट के कह लगा कि औरंगजेब मैं तुहाडे नाल वादा करता हाँ, कलगीधर पिता जी नूं जां जिउंदा जां मुर्दा लिया के तुहाडे चरणों के अंदर पेश करांगा। जे मैं ऐसा ना कर सकिया तो मैं तुहाडे दरबार अंदर कदी नहीं आवांगा। कहते सैद खान उठ तुर पिया तो जदों तुरिया है आनंदपुर साहब नूं, रस्ते का संघौरा पिंड पैंदा, साई जिहड़ा पीर बुद्धू शाह है इहदा पिंड है। तो सैद खान पठान जिहड़ा इहदी भैन नसीरा पीर बुद्धू शाह वल विआही है। कहते जब मन अंदर ख्याल आया चलो जाते अपनी भैन नूं मिलदा जावां, वो भी काफरां की बाणी पढ़दी, उन्हें पता लग जाए कि जिस गुरु का तू जाप करदी उस गुरु का मैं सिर लैण वास्ते चलिया हाँ। कहते गया घर के अंदर दाखिल होया, कुंडा खड़काया, अगों सैद खान भैन जिहड़ी भैन नसीरा है उन्हें दरवाजा खोलिया, हाथ के अंदर गुटका है, सुखमनी साहब का पाठ करती है। तो सुखमनी साहब के बोल ये सैद खान के कन्ना के अंदर पए। तो जो वापस मुड़ लगा तो नसीरा कह कि वीर जी किधर आए हो? कह लगे आया सा तेनों ये दस्सण वास्ते कि जिस गुरु की तू बाणी पढ़दी वह मैं सिर लैण वास्ते चलिया हाँ। लेकिन तू तो पहला ही कावरां की बाणी पढ़दी, हाथ अंदर गुटका है, इस वक्त तेरे को आशीर्वाद लैना मैं चंगा नहीं समझिया। कहते भैन नसीरा ने अरदास की कलगीधर पिता जी चरणों के अंदर। जदों हमला होया आनंदपुर साहब के उत्ते, सतगुरु किले विचों बाहर आके जब युद्ध कर लगे, जदों सैद खान पठान जिहड़ा कलगीधर पिता जी सामने गया है, क्यों इधर नसीरा जिहड़ी है अपने वीर वास्ते अरदास करती गुरु चरणों के अंदर, तो कलगीधर पिता के चरणों अंदर अरदास प्रवान हुई। जो सैद खान पठान जिहड़ा है कलगीधर पिता जी के सामने गया तो सतगुरु कलगीधर पिता जी ने उहदे ते ऐसी रहमत की, बख्शिश की कि अपने नेत्रों के नाल जदों सैद खान के नेत्र मिल गए तो सतगुरु ने ऐसी कृपा की, उहदे मन विचों ये भरम ही खत्म कर दिता। और भरम खत्म करके सतगुरु के हृदय विचों ही परमात्मा का प्रकाश को नजर आया। क्योंकि गुरु जदों किसी ते रहमत करता है सब तो पहला इस भटकना ही दूर करता है। तो कलगीधर पिता जी ने कहा सैद खान, सैद खान पहला तू वार कर, तो हुण सैद खान के अंदर वार करने की हिम्मत नहीं रही, घोड़े तो उतरिया तो कलगीधर पिता जी के चरणों अंदर पै गया सतगुरु जिस भरम के अंदर मैं सा, जिस भुलेखे अंदर मैं सा, मेरा आज भरम जिहड़ा वो दूर हो गया। तुसीं तां अकाल पुरख का परमात्मा का स्वरूप हो। क्योंकि जिन्ना चिर मन अंदर भरम जिहा बनिया रहिंदा उन्हें तो असीं कई बार गुरु नूं नहीं पहचान सकते।
ਜਿਸ ਗੁਰੂ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਦੇ ਹਾਂ, ਸੰਗਤ ਕਰਦੇ ਹਾਂ, ਕਈ ਵਾਰ ਉਸ ਗੁਰੂ ਉੱਤੇ ਵੀ ਅਸੀਂ ਕਈ ਵਾਰ ਸ਼ੱਕ ਕਰਦੇ ਹਾਂ, ਕਿਉਂਕਿ ਮਨ ਅੰਦਰ ਇੱਕ ਬਹੁਤ ਵੱਡਾ ਭਰਮ ਜਿਹਾ ਪਿਆ ਹੋਇਆ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜਿੰਨਾ ਚਿਰ ਇਹ ਭਰਮ ਦੂਰ ਨਹੀਂ ਹੁੰਦਾ, ਉਹਨਾਂ ਚਿਰ ਸਾਡਾ ਜਿਹੜਾ ਜੀਵਨ ਹੈ ਗੁਰੂ ਦੇ ਚਰਨਾਂ ਨਾਲ ਅਸੀਂ ਜੁੜ ਨਹੀਂ ਸਕਦੇ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਸਾਹਿਬ ਸਦਾ ਹਜ਼ੂਰ ਹੈ, ਪ੍ਰਮਾਤਮਾ ਤਾਂ ਹਮੇਸ਼ਾ ਸਾਡੇ ਅੰਗ ਸੰਗ ਹੈ, ਭਰਮੇ ਕੇ ਛੋੜ ਕੱਟ ਕੇ। ਜਦੋਂ ਇਹ ਮਨ ਵਿੱਚੋਂ ਭਰਮ ਦਾ ਜਾਲਾ ਦੂਰ ਹੋਵੇਗਾ ਤੇ ਫਿਰ ਕੀ ਸਤਿਗੁਰੂ ਕਹਿੰਦੇ, ਅੰਤਰ ਜੋਤ ਘਰੇ, ਅੰਦਰ ਪ੍ਰਮਾਤਮਾ ਦੀ ਜਿਹੜੀ ਜੋਤ ਹੈ ਉਹ ਵਸਦੀ ਹੀ ਨਜ਼ਰ ਆਵੇਗੀ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਏ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਕੀ ਹੈ? ਅੰਮ੍ਰਿਤ। ਅੰਮ੍ਰਿਤ ਤੋਂ ਭਾਵ ਹੈ ਆਤਮਿਕ ਜੀਵਨ ਦੇਣ ਵਾਲਾ। ਮ੍ਰਿਤ ਤੋਂ ਭਾਵ ਹੈ ਮੌਤ, ਅੱਗੇ ਐੜਾ ਲੱਗ ਗਿਆ। ਅੰਮ੍ਰਿਤ ਤੋਂ ਭਾਵ ਹੈ ਜਿਹਨੂੰ ਮੌਤ ਨਹੀਂ ਆ ਸਕਦੀ। ਸਰੀਰ ਕਰਕੇ ਤਾਂ ਸਾਰਿਆਂ ਨੇ ਮਰਨਾ ਹੈ, ਲੇਕਿਨ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਪੀ ਲਿਆ, ਸਤਿਗੁਰੂ ਕਹਿੰਦੇ ਹਨ, ਫਿਰ ਉਹਨਾਂ ਦਾ ਜੀਵਨ ਅਮਰ ਹੋ ਜਾਂਦਾ ਹੈ, ਉਹ ਸਦਾ ਵਾਸਤੇ ਹੀ ਜਿਉਂਦੇ ਹਨ। ਹਰ ਕਾ ਨਾਮ ਅੰਮ੍ਰਿਤ ਹੈ, ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹ ਆਤਮਿਕ ਜੀਵਨ ਦੇਣ ਵਾਲਾ ਹੈ, ਦਾਰੂ ਇਹ ਲਾਏ। ਸਤਿਗੁਰੂ ਕਹਿੰਦੇ, ਇਹ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹ ਦਾਰੂ ਹੈ, ਇਸ ਨੂੰ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰ। ਸੁਖਮਨੀ ਸਾਹਿਬ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਧਾਮ। ਪ੍ਰਮਾਤਮਾ ਦਾ ਨਾਮ ਜਿਹੜਾ ਹੈ ਇਹ ਸਾਰੀਆਂ ਦਵਾਈਆਂ ਦੀ ਸਰਮੌਰ ਦਵਾਈ ਹੈ, ਸਾਰੇ ਰੋਗਾਂ ਦਾ ਦਾਰੂ ਹੈ। ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਦਾਰੂ ਹੈ ਕੇਵਲ ਇੱਕ ਪ੍ਰਮਾਤਮਾ ਦਾ ਨਾਮ। ਸਤਿਗੁਰੂ ਦੇ ਇਸ ਨੂੰ ਆਪਣੇ ਜੀਵਨ ਅੰਦਰ ਧਾਰਨ ਕਰ। ਸਤਿਗੁਰੂ ਕਾ ਭਾਣਾ ਚਿਤ ਰੱਖੋ, ਸੰਜਮ ਸੱਚਾ ਨੇਹ। ਸਤਿਗੁਰੂ ਕਹਿੰਦੇ, ਜਿਹੜਾ ਸਤਿਗੁਰ ਦਾ ਭਾਣਾ ਹੈ, ਸਤਿਗੁਰ ਦੀ ਜਿਹੜੀ ਰਜ਼ਾ ਹੈ, ਸਤਿਗੁਰ ਦਾ ਜਿਹੜਾ ਹੁਕਮ ਹੈ, ਉਸ ਨੂੰ ਆਪਣੇ ਚਿੱਤ ਦੇ ਅੰਦਰ ਟਿਕਾ, ਉਸ ਨੂੰ ਆਪਣੇ ਮਨ ਦੇ ਅੰਦਰ ਟਿਕਾ। ਸੰਜਮ ਸੱਚਾ ਨੇਹ, ਤੇ ਸੱਚੇ ਪ੍ਰਮਾਤਮਾ ਨਾਲ ਪਿਆਰ ਕਰਨਾ ਹੀ ਰਹਿਣ ਦੇ ਅੰਦਰ ਰਹਿਣਾ ਹੈ, ਜੀਵਨ ਜੁਗਤ ਹੈ। ਤੇ ਸਤਿਗੁਰੂ ਜਦੋਂ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਹੁਕਮ ਚੰਗਾ ਲੱਗੇਗਾ, ਫਿਰ ਸਤਿਗੁਰੂ ਦੇ ਉਪਦੇਸ਼ ਨੂੰ ਕਮਾਵੇਗਾ। ਤੇ ਜਦੋਂ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਫਿਰ ਸਤਿਗੁਰੂ ਕਹਿੰਦੇ ਹਨ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਨਾ ਉਸਕਾ ਤੇਰਾ ਸਿੱਖ ਅਤੇ ਗੁਰੂ ਦਾ ਪ੍ਰੇਮ ਬਣ ਜਾਂਦਾ ਹੈ। ਅਖੀਰ ਤੇ ਸਤਿਗੁਰੂ ਕਹਿੰਦੇ, ਨਾਨਕ ਐਥੈ ਸੁੱਤੇ ਅੰਦਰ ਰੱਖਸੀ, ਅੱਗੇ ਹਾਸੋ ਕੇਲ ਕਰੇ। ਕਿ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਅੰਦਰ ਵਸਾਉਂਦਾ ਹੈ, ਪ੍ਰਮਾਤਮਾ ਦੇ ਨਾਮ ਨੂੰ ਦਾਰੂ ਜਾਣ ਕੇ ਆਪਣੇ ਜੀਵਨ ਅੰਦਰ ਵਰਤਦਾ ਹੈ, ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ, ਹਿਰਦੇ ਅੰਦਰ ਉਹਦੀ ਜੋਤ ਨੂੰ ਵੇਖਦਾ ਹੈ, ਫਿਰ ਸਤਿਗੁਰੂ ਕਹਿੰਦੇ, ਨਾਨਕ ਇਹ ਨਾਨਕ ਆਖ ਐਥੇ ਸੁੱਖੇ ਅੰਦਰ ਰੱਖਸੀ। ਗੁਰੂ ਪ੍ਰਮਾਤਮਾ ਜਿਹੜਾ ਹੈ, ਐਥੇ ਤੋਂ ਭਾਵ ਹੈ ਪਰਲੋਕ ਦੇ ਅੰਦਰ ਵੀ ਉਹਨੂੰ ਸੁੱਖਾਂ ਦੇ ਅੰਦਰ ਰੱਖਦਾ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੰਦਾ। ਸੰਸਾਰ ਅੰਦਰ ਉਹਦਾ ਜੀਵਨ ਜਿਹੜਾ ਸੁਖੀ ਬਣ ਜਾਂਦਾ ਹੈ। ਅੱਗੇ ਹਾਸੋ ਕੇਲ ਕਰੇ, ਅੱਗੇ ਤੋਂ ਭਾਵ ਹੈ ਪਰਲੋਕ ਦੇ ਅੰਦਰ, ਭਾਵ ਪ੍ਰਮਾਤਮਾ ਦੇ ਘਰ ਦੇ ਅੰਦਰ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਕੇਲ ਕਰਦਾ ਹੈ, ਪ੍ਰਮਾਤਮਾ ਰੰਗ ਰੰਗੀਆ ਮੰਨਦਾ ਹੈ, ਪ੍ਰਮਾਤਮਾ ਦੇ ਚਰਨਾਂ ਅੰਦਰ ਉਹ ਹਮੇਸ਼ਾ ਮੌਜ ਵਿੱਚ ਰਹਿੰਦਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਪਾਵਨ ਬਚਨਾਂ ਦਾ ਇਹ ਉਪਦੇਸ਼ ਕਰਦੇ ਨੇ ਭਾਈ, ਕਿ ਸਤਿਗੁਰੂ ਦਾ ਜਿਹੜਾ ਫਰਮਾਨ ਹੈ ਉਹ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ, ਗੁਰੂ ਦੇ ਬਚਨਾਂ ਉੱਤੇ ਤੁਰ ਕੇ, ਗੁਰੂ ਦੀ ਜੋਤ ਨੂੰ ਹਿਰਦੇ ਅੰਦਰ ਵਸਾ ਕੇ ਇਹ ਜਿਹੜਾ ਜੀਵਨ ਹੈ ਇਹ ਸਾਡਾ ਸਫਲ ਹੋ ਸਕਦਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਨ, ਗੁਰੂ ਦੇ ਬਚਨ ਸਾਡੇ ਹਿਰਦੇ ਅੰਦਰ ਵਸਣ, ਤਾਂ ਜੋ ਨਿਗਾਹ ਵਿੱਚੋਂ, ਅੱਖਾਂ ਵਿੱਚੋਂ ਮੇਲ ਤੇਰ ਉੱਚ ਦੇਸ਼ ਦਾ ਭੇਦਭਾਵ ਖਤਮ ਹੋ ਕੇ ਸਾਰਿਆਂ ਦੇ ਅੰਦਰ ਇੱਕ ਵਸਦੀ ਜੋਤ ਪ੍ਰਮਾਤਮਾ ਦੀ ਜੋਤ ਜਿਹੜੀ ਹੈ ਉਹ ਨਜ਼ਰ ਆਵੇ। ਇਤਨੇ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦੇ ਬਾਣੀ ਪੜ੍ਹਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਭ ਮਾਈ ਭਾਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਜੋ ਭਾਈ ਸਾਹਿਬ ਪਾਵਨ ਪੁੱਤਰ ਸ਼ਬਦ ਵਿਚਾਰ ਸਰਵ